ਹੁਣੇ ਹੁਣੇ ਆਪਣੇ ਇੱਕ ਦੋਸਤ ਕੋਲੇ ਬੈਠਾ ਸੀ। ਉਹ ਇੱਕ ਬੰਦਾ ਬਿਜ਼ਨਸਮੈਨ ਹੈ, ਕੋਈ ਉਹ ਖੇਤੀਬਾੜੀ ਨਾਲ ਉਹਦਾ ਕੋਈ ਲੈਣ ਦੇਣ ਨਹੀਂ, ਕੋਈ ਲਿੰਕ ਨਹੀਂ ਹੈਗਾ। ਪਰ ਉਹਦੇ ਮਨ 'ਚ 2-4 ਗੱਲਾਂ ਆਈਆਂ ਜੋ ਉਹਨੇ ਮੇਰੇ ਨਾਲ ਸ਼ੇਅਰ ਕੀਤੀਆਂ। ਉਹਨੇ ਕੁਝ ਸਵਾਲ ਮੈਨੂੰ ਪੁੱਛੇ, ਉਹ ਸਵਾਲ ਜਵਾਬ ਜਾਂ ਜਿਹੜੀ ਵੀ ਵਿਚਾਰ ਹੋਈ ਮੈਂ ਤੁਹਾਡੇ ਸਾਰਿਆਂ ਨਾਲ ਡਿਸਕਸ ਕਰ ਰਹੀ ਹਾਂ। ਉਹਨੇ ਮੈਨੂੰ ਇੱਕ ਸਵਾਲ ਪੁੱਛਿਆ। ਮੈਂ ਹੁਣ ਪਿਛਲੇ ਦਿਨਾਂ ਦੇ ਵਿੱਚ ਮੈਂ ਦਿੱਲੀ ਜਾ ਕੇ ਆਇਆ ਧਰਨੇ ਤੇ। ਉਹਨੇ ਮੈਨੂੰ ਪੁੱਛਿਆ, ਕਹਿੰਦਾ ਤੁਸੀਂ ਪਰਸਨਲੀ ਖੇਤੀ ਨਹੀਂ ਕਰਦੇ, ਪਰ ਤੁਸੀਂ ਖੇਤੀਬਾੜੀ ਵਾਲੇ ਅੰਦੋਲਨਾਂ 'ਚ ਕਿਉਂ ਗਏ? ਆਪਣਾ ਆਮ ਸਮਾਜ ਦਾ ਕਿਸਾਨਾਂ ਦੇ ਅੰਦੋਲਨ ਨਾਲ ਕੀ ਲੈਣ ਦੇਣ ਹੈ? ਪਹਿਲਾ ਸਵਾਲ ਉਹਦਾ ਇਹ ਸੀਗਾ। ਦੂਜਾ ਸਵਾਲ ਉਹਨੇ ਕੀਤਾ, ਕਹਿੰਦਾ ਇੱਕ ਮੈਨੂੰ ਕੰਟਰੈਕਟ ਫਾਰਮਿੰਗ ਬਾਰੇ ਸਮਝਾਓ ਥੋੜਾ ਜਿਹਾ। ਜਦੋਂ ਲਾਅ ਦੇ ਵਿੱਚ ਇਹ ਲਿਖਿਆ ਹੋਇਆ ਵੀ ਕੰਟਰੈਕਟ ਫਾਰਮਿੰਗ ਕਰਨੀ ਕੰਪਲਸਰੀ ਹੈ ਨਹੀਂ, ਗਵਰਨਮੈਂਟ ਵੀ ਕਹਿੰਦੀ ਹੈ ਕਿ ਕੰਟਰੈਕਟ ਫਾਰਮਿੰਗ ਕਰਨੀ ਕੰਪਲਸਰੀ ਹੈ ਨਹੀਂ, ਤਾਂ ਕਿਸਾਨ ਕਿਉਂ ਰੌਲਾ ਪਾਈ ਜਾਂਦੇ ਨੇ ਕਿ ਕਾਰਪੋਰੇਟਸ ਸਾਡੀਆਂ ਜ਼ਮੀਨਾਂ ਲੈ ਜਾਣਗੇ? ਤੇ ਕਾਰਪੋਰੇਟਸ ਜ਼ਬਰਦਸਤੀ ਥੋੜਾ ਲੈ ਜਾਣਗੇ। ਕਿਸਾਨਾਂ ਦਾ ਰੌਲਾ ਕਿਉਂ ਹੈ ਵੀ ਸਾਡੀਆਂ ਜ਼ਮੀਨਾਂ ਲੈ ਜਾਣਗੇ? ਕੰਟਰੈਕਟ ਫਾਰਮਿੰਗ ਕਰਨੀ ਕੰਪਲਸਰੀ ਹੈ ਨਹੀਂ, ਮੇਰੇ ਦੋਸਤ ਦਾ ਇਹ ਕਹਿਣਾ ਸੀ। ਤਾਂ ਉੱਤੇ ਜਿਹੜੇ ਵਿਚਾਰ ਸੀ ਮੈਂ ਸਾਰੇ ਵਿਚਾਰ ਤੁਹਾਨੂੰ ਬਾਅਦ ਚ ਦੱਸਦਾ। ਤੀਜਾ ਸਵਾਲ ਉਹਨੇ ਮੈਨੂੰ ਕੀਤਾ, ਕਹਿੰਦਾ ਜਦੋਂ ਤੁਹਾਡੇ ਡਿਸਪਿਊਟਸ ਨੇ ਉਹ ਸਾਰੇ ਸੌਰਟ ਆਊਟ ਹੋ ਸਕਦੇ ਨੇ, ਉਹਨਾਂ ਦਾ ਹੱਲ ਹੋ ਸਕਦਾ ਐਸਡੀਐਮ ਕੋਲੇ, ਤਾਂ ਸਾਰੇ ਕਿਸਾਨ ਇਹ ਕਿਉਂ ਜਿੱਦ ਕਰ ਰਹੇ ਨੇ ਕਿ ਅਸੀਂ ਕਚਹਿਰੀਆਂ 'ਚ ਜਾਣਾ? ਕਿਉਂ ਕਚਹਿਰੀਆਂ ਤੁਹਾਡੇ ਡਿਸਪਿਊਟਸ ਦਾ ਕੋਗਨੀਜੈਂਸ ਲੈਣ? ਐਸਡੀਐਮ ਦੇ ਕੋਲੇ ਮਸਲਾ ਤੁਹਾਡਾ ਛੇਤੀ ਖਤਮ ਹੋ ਸਕਦਾ। ਤਾਂ ਉਹਦੇ ਮੈਂ 2-3 ਸਵਾਲ ਸੁਣੇ। ਤਾਂ ਹੁਣ ਜਿਹੜੇ ਮੇਰੇ ਜਵਾਬ ਸੀਗੇ, ਜਿਹੜਾ ਉਹਦਾ ਪਹਿਲਾ ਸਵਾਲ ਸੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਬਾਕੀ ਨੌਨ ਕਿਸਾਨੀ, ਨੌਨ ਐਗਰੀਕਲਚਰਿਸਟ ਜਾਂ ਜਿਹੜੇ ਆਮ ਸਮਾਜ, ਬਾਕੀ ਉਹਦਾ ਕੀ ਲੈਣ ਦੇਣਾ ਕਿਸਾਨੀ ਅੰਦੋਲਨ ਨਾਲ? ਇਹ ਸਵਾਲ ਦਾ ਜਵਾਬ ਮੈਂ ਤੁਹਾਨੂੰ ਲਾਸਟ ਤੇ ਦੱਸਦਾ ਵੀ ਮੈਂ ਕੀ ਦਿੱਤਾ ਸੀ, ਉਹ ਮੈਂ ਤੁਹਾਨੂੰ ਲਾਸਟ ਤੇ ਦੱਸੂਗਾ। ਦੂਜਾ ਸਵਾਲ ਜਿਹੜਾ ਉਹਨੇ ਕੀਤਾ ਸੀ ਕੰਟਰੈਕਟ ਫਾਰਮਿੰਗ ਬਾਰੇ, ਕਿ ਕੰਟਰੈਕਟ ਫਾਰਮਿੰਗ ਜਦੋਂ ਕੰਪਲਸਰੀ ਹੈ ਨਹੀਂ, ਤੁਹਾਡੇ ਤੇ ਕੋਈ ਏਦਾਂ ਕੋਈ ਬੰਦਿਸ਼ ਨਹੀਂ ਹੈਗੀ ਕਿ ਤੁਸੀਂ ਕਰਨੀ ਆ ਨਹੀਂ ਕਰਨੀ, ਤੁਹਾਡੀ ਆਪਣੀ ਮਰਜ਼ੀ ਆ, ਤਾਂ ਤੁਸੀਂ ਕੰਟਰੈਕਟ ਫਾਰਮਿੰਗ ਵਾਲੇ ਕਾਨੂੰਨ ਨੂੰ ਕਿਉਂ ਹਟਾ ਰਹੇ ਹੋ? ਤਾਂ ਉਹਦਾ ਸਿੰਪਲ ਜਿਹਾ ਲੌਜਿਕ ਹੈ ਜੀ। ਮੈਂ ਉਹਨੂੰ ਇੱਕ ਐਗਜ਼ਾਮਪਲ ਦਿੱਤੀ। ਮੈਂ ਕਿਹਾ ਮੇਰੇ ਕੋਲੇ ਜ਼ਮੀਨ ਹੈ, ਮੈਂ ਨਹੀਂ ਚਾਹੁੰਦਾ ਕਿ ਮੈਂ ਕੰਟਰੈਕਟ ਫਾਰਮਿੰਗ ਕਰਾਂ, ਠੀਕ ਹੈ। ਉਹਦੀ ਗੱਲ ਸਹੀ ਸੀ, ਕਾਨੂੰਨ ਦੇ ਵਿੱਚ ਕੋਈ ਏਦਾਂ ਪ੍ਰੋਵੀਜ਼ਨ ਨਹੀਂ ਤੁਹਾਨੂੰ ਧੱਕੇ ਨਾਲ ਨਹੀਂ ਕੰਟਰੈਕਟ ਫਾਰਮਿੰਗ ਕਰਵਾਉਣ ਲੱਗੇ। ਬਟ ਮੈਂ ਉਹਨੂੰ ਇੱਕ ਉਦਾਹਰਨ ਦਿੱਤੀ। ਮੈਂ ਕਿਹਾ ਵੀ ਮੇਰੇ ਕੋਲੇ ਜ਼ਮੀਨ ਹੈ, ਮੈਂ ਖੇਤੀ ਕੰਟਰੈਕਟ ਫਾਰਮਿੰਗ ਨਹੀਂ ਕਰਨੀ, ਮੈਂ ਆਪਣੀ ਮਰਜ਼ੀ ਨਾਲ ਖੇਤੀ ਕਰਨੀ ਆ। ਬਟ ਜਿਹੜੇ ਆਸੇ-ਪਾਸੇ ਬੰਦੇ ਖੇਤੀਬਾੜੀ ਵਾਲੇ ਹੈਗੇ ਨੇ ਮੇਰੇ ਨਾਲ, 5, 7, 10, 20 ਕਿੱਲੇ ਵਾਲੇ, 50 ਕਿੱਲੇ ਵਾਲੇ ਆਸੇ-ਪਾਸੇ ਜਿਹੜੇ ਬੰਦੇ ਨੇ, ਉਹਨਾਂ ਨੇ ਸਪੋਜ਼ ਕਰੋ ਕੰਟਰੈਕਟ ਫਾਰਮਿੰਗ ਕਰ ਲਈ। ਹੁਣ ਕੰਟਰੈਕਟ ਫਾਰਮਿੰਗ ਦੇ ਵਿੱਚ ਉਹਨਾਂ ਨੇ ਜੋ ਵੀ ਫਸਲ ਉਗਾਈ, ਫਸਲ ਪੈਦਾ ਕੀਤੀ, ਉਹ ਸਾਰੀ ਫਸਲ ਪੈਦਾ ਕੀਤੀ ਸੀ ਕਾਰਪੋਰੇਟਸ ਨੇ ਲੈ ਜਾਣੀ ਆ। ਮੈਂ ਕੰਟਰੈਕਟ ਨਹੀਂ ਸੀ ਕੀਤਾ, ਮੇਰੀ ਫਸਲ ਕੌਣ ਖਰੀਦੂਗਾ? ਸਰਕਾਰੀ ਮੰਡੀ। ਸਰਕਾਰੀ ਮੰਡੀ, ਹੁਣ ਜਿਹੜੇ ਬੰਦੇ ਕਾਨੂੰਨ ਬਾਰੇ ਜਾਂ ਆਉਣ ਵਾਲੇ ਸਮੇਂ ਬਾਰੇ ਸਮਝ ਰੱਖਦੇ ਨੇ, ਉਹਨਾਂ ਦੇ ਹਿਸਾਬ ਨਾਲ ਸਰਕਾਰੀ ਮੰਡੀਆਂ ਬੰਦ ਹੋ ਜਾਣੀਆਂ ਨੇ। ਹੁਣ ਜਿਹੜੀ ਮੈਂ ਫਸਲ ਪੈਦਾ ਕੀਤੀ ਹੈ, ਜਦੋਂ ਸਰਕਾਰੀ ਮੰਡੀਆਂ ਬੰਦ ਹੋ ਗਈਆਂ ਤੇ ਮੈਂ ਵੇਚੂੰਗਾ ਕਿੱਥੇ? ਕਾਰਪੋਰੇਟਸ ਕੋਲੇ। ਕਾਰਪੋਰੇਟ ਕਹਿਣਗੇ ਵੀ ਤੂੰ ਸਾਡੇ ਹਿਸਾਬ ਨਾਲ ਜ਼ਮੀਨ ਪੈਦਾ ਜਿਹੜੀ ਫਸਲ ਪੈਦਾ ਨਹੀਂ ਕੀਤੀ, ਅਸੀਂ ਤੇਰੀ ਫਸਲ ਨਹੀਂ ਖਰੀਦਣੀ। ਹੁਣ ਮੈਂ ਵੀ ਰੋਟੀ ਖਾਣੀ ਹੈ ਤੇ ਮੈਂ ਆਪਣੀ ਫਸਲ ਫਿਰ ਪੈਦਾ ਕੀਤੀ ਹੋਈ ਕਿੱਥੇ ਵੇਚੂੰਗਾ? ਅਲਟੀਮੇਟਲੀ ਮੈਨੂੰ ਘੁੰਮ ਘੁਮਾ ਕੇ ਕਾਰਪੋਰੇਟਸ ਨਾਲ ਐਗਰੀਮੈਂਟ ਕਰਨਾ ਪੈਣਾ। ਇੱਕ ਕਾਰਨ ਇਹ ਹੈ ਜਿਹੜੀ ਕਾਰਪੋਰੇਟ ਫਾਰਮਿੰਗ ਕਹਿੰਦੇ ਨੇ ਕੰਪਲਸਰੀ ਹੈ, ਇੱਕ ਕਾਰਨ ਇਹ ਹੈ ਕਿ ਮੇਰੀ ਫਸਲ ਨੂੰ ਖਰੀਦਣ ਵਾਲਾ ਜਦੋਂ ਕੋਈ ਹੈ ਹੀ ਨਹੀਂ, ਤਾਂ ਮੈਨੂੰ ਕਾਰਪੋਰੇਟਸ ਦੇ ਹਿਸਾਬ ਨਾਲ ਫਸਲ ਪੈਦਾ ਕਰਕੇ ਉਹਨਾਂ ਨਾਲ ਫਾਰਮਿੰਗ ਕਰਨੀ ਪੈਣੀ ਹੈ। ਦੂਜਾ ਰੀਜ਼ਨ ਜਿਹੜੀ ਕੰਟਰੈਕਟ ਫਾਰਮਿੰਗ ਹੈ ਕੰਪਲਸਰੀ ਕਿਉਂ ਹੈ, ਦੂਜਾ ਰੀਜ਼ਨ ਮੈਂ ਤੁਹਾਨੂੰ ਦੱਸਣ ਲੱਗਿਆ। ਹੁਣ ਜਿਹੜੀ ਮੇਰੀ ਫਸਲ ਹੈ, ਮੈਂ ਫਸਲ ਪੈਦਾ ਕੀਤੀ, ਮੈਂ ਸਰਕਾਰੀ ਮੰਡੀ 'ਚ ਲੈ ਗਿਆ। ਪਹਿਲਾਂ ਮੈਂ ਤੁਹਾਨੂੰ ਗੱਲ ਕਹੀ ਸੀਗੀ ਕਿ ਸਰਕਾਰੀ ਮੰਡੀ ਬੰਦ ਹੋ ਸਕਦੀ ਹੈ। ਮੰਨ ਲਓ ਕਿ ਉਹ ਬੰਦ ਨਹੀਂ ਹੋਈ, ਚੱਲਦੀ ਹੈ, ਸਰਕਾਰ ਕਹਿੰਦੀ ਹੈ ਚੱਲਦੀ ਰਹੂਗੀ। ਮੈਂ ਇੱਕ ਸਰਕਾਰੀ ਮੰਡੀ ਦੇ ਵਿੱਚ ਫਸਲ ਆਪਣੀ ਲੈ ਕੇ ਗਿਆ। ਸਰਕਾਰ ਨੇ, ਜਿਵੇਂ ਹੁਣ ਪਾਲਿਸੀਜ਼ ਚੱਲਦੀਆਂ ਨੇ ਕਿ ਕਾਰਪੋਰੇਟਸ ਤੁਹਾਨੂੰ ਵੱਧ ਮੁੱਲ ਦੇਣਗੇ। ਮੰਨ ਲਓ ਜਿਹੜੀ ਚੀਜ਼ ਮੈਂ ਸਰਕਾਰੀ ਮੰਡੀ ਦੇ ਵਿੱਚ ਵੇਚੀ ਆ ਉਹ 1000 ਰੁਪਏ ਨੂੰ ਕੁਇੰਟਲ ਹੈ, ਤੇ ਸੇਮ ਚੀਜ਼ ਪ੍ਰਾਈਵੇਟ ਅਦਾਰੇ ਕਾਰਪੋਰੇਟਸ ਨੇ ਜਿਹੜੇ ਉਹ 2000 ਨੂੰ ਜਾਂ 3000 ਨੂੰ ਖਰੀਦ ਰਹੇ ਨੇ। ਮੈਂ 1000 ਰੁਪਏ ਦੇ ਵਿੱਚ ਵੇਚ ਕੇ ਆ ਰਿਹਾ, ਮੇਰੇ ਨਾਲ ਦਾ ਬੰਦਾ 2000 ਰੁਪਏ ਦੇ ਵਿੱਚ ਵੇਚ ਕੇ ਆ ਰਿਹਾ, ਤਾਂ ਮੇਰੇ ਮਨ ਦੇ ਵਿੱਚ ਵੀ ਤਾਂ ਲਾਲਚ ਹੋਊਗਾ ਨਾ ਕਿ ਮੈਂ ਵੀ ਕਾਰਪੋਰੇਟਸ ਦੇ ਨਾਲ ਫਾਰਮਿੰਗ ਕਰਾਂ, ਮੈਂ ਵੀ ਆਪਣੀ ਫਸਲ ਵੱਧ ਮਹਿੰਗੇ ਰੇਟ ਤੇ ਵੇਚਾਂ। ਇੱਕ ਰੀਜ਼ਨ ਹੋਰ ਹੈ ਕਿ ਕਾਰਪੋਰੇਟ ਦੇ ਨਾਲ ਫਾਰਮਿੰਗ ਕਰਨ ਦਾ, ਉਹ ਤਾਂ ਮੈਂ ਲਿੰਕ ਤੁਹਾਨੂੰ ਅੱਗੇ ਜਾ ਕੇ ਸਮਝਾਉਣਾ। ਹੁਣ ਇਹ 2-3 ਕਾਰਨ ਸੀਗੇ ਕਿ ਕੰਟਰੈਕਟ ਫਾਰਮਿੰਗ ਸਿੱਧੇ ਤਰੀਕੇ ਨਾਲ ਤੁਹਾਨੂੰ ਕੰਪੈਲ ਨਹੀਂ ਕਰ ਰਹੀ, ਬਟ ਅਸਿੱਧੇ ਤਰੀਕੇ ਨਾਲ ਇਨਡਾਇਰੈਕਟਲੀ ਤੁਹਾਨੂੰ ਕੰਪੈਲ ਕਰ ਰਹੀ ਹੈ ਕਿ ਸਾਡੇ ਨਾਲ ਤੁਸੀਂ ਖੇਤੀਬਾੜੀ ਕਰੋ। ਕਾਰਪੋਰੇਟਸ ਤੁਹਾਨੂੰ ਕੰਪੈਲ ਕਰ ਰਹੇ ਨੇ। ਜਿਹੜਾ ਉਹਦਾ ਲਾਸਟ ਸਵਾਲ ਸੀ ਕਿ ਜਿਹੜਾ ਐਸਡੀਐਮ ਤੁਹਾਡਾ ਜਦੋਂ ਸਾਰਾ ਮਸਲਾ ਸੋਲਵ ਕਰ ਸਕਦੇ ਨੇ, ਤੁਸੀਂ ਕਚਹਿਰੀਆਂ ਜਾਣ ਦੀ ਜਿੱਦ ਕਿਉਂ ਕਰਦੇ ਹੋ? ਉਹਦਾ ਬੜਾ ਸਿੰਪਲ ਰੀਜ਼ਨ ਹੈ। ਜਿਹੜੇ ਐਸਡੀਐਮ ਨੇ, ਐਸਡੀਐਮ ਸਰਕਾਰੀ ਅਫਸਰ,
ਗਵਰਨਮੈਂਟ ਦੇ ਅੰਦਰ ਕੰਮ ਕਰਨ ਵਾਲੇ, ਜਿਹੜੇ ਗਵਰਨਮੈਂਟ ਦੀਆਂ ਪਾਲਿਸੀਜ਼ ਨੂੰ ਇੰਪਲੀਮੈਂਟ ਕਰਦੇ ਨੇ ਸੁਸਾਇਟੀ ਦੇ ਵਿੱਚ। ਹੁਣ ਜਿਹੜੇ SDM ਨੇ, ਮੰਨ ਲਓ ਮੇਰਾ ਕੋਈ ਰੌਲਾ ਪੈ ਗਿਆ ਕਾਰਪੋਰੇਟਸ ਨਾਲ, ਅਸੀਂ SDM ਕੋਲੇ ਚਲੇ ਗਏ। SDM ਦੇ ਉੱਪਰ ਪ੍ਰੈਸ਼ਰ ਰਹਿਣਾ ਸਰਕਾਰ ਦਾ। ਸਰਕਾਰ ਕਿਹਨਾਂ ਦੇ ਕਹਿਣ ਤੇ ਚੱਲਦੀ ਹੈ ਤੁਹਾਨੂੰ ਸਭ ਨੂੰ ਪਤਾ, ਉਹ ਮੈਨੂੰ ਉਹਦੀ ਡਿਟੇਲ 'ਚ ਜਾਣ ਦੀ ਲੋੜ ਨਹੀਂ। ਤਾਂ ਉਸ ਹਿਸਾਬ ਨਾਲ SDM ਦੇ ਉੱਤੇ ਪ੍ਰੈਸ਼ਰ ਰਹੂਗਾ। ਅੰਡਰ ਪ੍ਰੈਸ਼ਰ ਉਹ ਬੰਦਾ ਕਦੇ ਵੀ ਕਿਸਾਨ ਦੇ ਫੇਵਰ ਦੀ ਗੱਲ ਨਹੀਂ ਕਰੂਗਾ। ਜਿਹੜੀ ਤਕੜੀ ਪਾਰਟੀ ਉਹਦੇ ਫੇਵਰ ਦੇ ਵਿੱਚ ਉਹਨੂੰ ਝੁਕਣਾ ਪੈ ਜਾਣਾ ਸਰਕਾਰ ਕਰਕੇ। ਜਦੋਂ ਕਿਸਾਨ ਕੋਰਟਸ ਦੇ ਕੋਲੇ ਜਾਣਾ ਜ਼ਿਆਦਾ ਸੇਫ ਫੀਲ ਕਰਦੇ ਆ, ਫਿਰ ਆਪਾਂ ਕਿਉਂ ਉਹਨਾਂ ਨੂੰ ਜ਼ਬਰਦਸਤੀ SDM ਕੋਲੇ ਭੇਜ ਰਹੇ ਹਾਂ? ਕੋਰਟਾਂ ਕੋਲੇ ਕਿਉਂ ਨਹੀਂ ਭੇਜਦੇ? ਠੀਕ ਹੈ, ਤਾਂ SDM ਕੋਲੇ ਨਾ ਜਾਣ ਦਾ ਰੀਜ਼ਨ ਇਹ ਹੈ ਕਿਉਂਕਿ ਉੱਥੇ ਸਰਕਾਰੀ ਪ੍ਰੈਸ਼ਰ ਜ਼ਿਆਦਾ ਰਹਿੰਦਾ, ਕਿਸਾਨਾਂ ਨਾਲ ਧੱਕੇਸ਼ਾਹੀ ਹੋਊਗੀ। ਜਿਹੜੇ ਬੰਦੇ SDM ਦੇ ਦਫ਼ਤਰਾਂ ਦੇ ਵਿੱਚ ਕੰਮਕਾਰ ਦੇ ਬਾਰੇ ਜਾਣਕਾਰੂ ਹੈਗੇ ਨੇ, ਜਾਣਕਾਰੀ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਪਤਾ ਕਿ SDM ਦੇ ਆਫਿਸ ਦੇ ਵਿੱਚ ਜਾਂ ਕਚਹਿਰੀਆਂ ਦੇ ਆਫਿਸਿਸ ਦੇ ਵਿੱਚ ਕੰਮ ਕਿੱਦਾਂ ਹੁੰਦੇ ਨੇ। ਹੁਣ ਜਿਹੜਾ ਉਹਨੇ ਪਹਿਲਾ ਸਵਾਲ ਪੁੱਛਿਆ ਸੀ, ਪਹਿਲੇ ਸਵਾਲ ਦੇ ਵਿੱਚ ਉਹਨੇ ਮੈਨੂੰ ਕਿਹਾ ਕਿ ਵੀ ਆਮ ਸਮਾਜ ਨਾਲ ਇਸ ਕਿਸਾਨੀ ਅੰਦੋਲਨ ਨਾਲ ਕੋਈ ਲਿੰਕ ਨਹੀਂ ਹੈ, ਆਮ ਬੰਦਾ ਕਿਉਂ ਜਾ ਰਿਹਾ। ਹੁਣ ਉਹਦਾ ਮੈਂ ਤੁਹਾਨੂੰ ਇੱਕ ਰੀਜ਼ਨ ਦੱਸਦਾ। 3 ਕਾਨੂੰਨ ਪਾਸ ਹੋਏ। 3 ਕਾਨੂੰਨਾਂ ਦੇ ਵਿੱਚੋਂ ਇੱਕ ਅਸੈਂਸ਼ੀਅਲ ਕਮੋਡਿਟੀਜ਼ ਐਕਟ ਪਾਸ ਹੋਇਆ। ਅਸੈਂਸ਼ੀਅਲ ਕਮੋਡਿਟੀਜ਼ ਐਕਟ ਤੁਸੀਂ ਆਪ ਪੜ੍ਹ ਲਿਓ, ਗੂਗਲ ਤੁਹਾਡੇ ਸਭ ਦੇ ਹੱਥਾਂ 'ਚ ਹੈਗਾ, ਤੁਹਾਨੂੰ ਸਰਚ ਕਰ ਲਿਓ। ਅਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਜਿਹੜੀਆਂ ਆਪਣੇ ਘਰ ਦੀਆਂ ਜ਼ਰੂਰੀ ਚੀਜ਼ਾਂ ਨੇ, ਜ਼ਰੂਰੀ ਵਸਤੂਆਂ ਨੇ, ਤੁਹਾਡੇ ਦਾਲ ਸਬਜ਼ੀ ਮਸਾਲੇ ਵਗੈਰਾ, ਚਾਹ ਪੱਤੀ ਚੀਨੀ ਜੋ ਵੀ ਆ, ਸਭ ਕੁਝ ਉਹਦੇ ਅੰਡਰ ਕਵਰ ਹੁੰਦਾ। ਤੇ ਉਹਦੇ ਵਿੱਚ ਇਹ ਪਹਿਲਾਂ ਪ੍ਰੋਵੀਜ਼ਨ ਸੀਗੀ, ਪਹਿਲਾਂ ਕਾਨੂੰਨ ਇਹ ਸੀ ਵੀ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਤੁਸੀਂ ਇਹਨਾਂ ਦੀ ਜਮ੍ਹਾਖੋਰੀ ਨਹੀਂ ਕਰ ਸਕਦੇ। ਪਰ ਹੁਣ ਕਾਨੂੰਨ ਬਦਲ ਗਿਆ, ਜਿਹੜੇ ਤੇ ਕਿਸਾਨ ਰੌਲਾ ਪਾ ਰਹੇ ਨੇ। ਹੁਣ ਕਾਨੂੰਨ ਇਹ ਕਹਿੰਦਾ ਜਿੰਨੀ ਮਰਜ਼ੀ ਜਮ੍ਹਾਖੋਰੀ ਕਰੋ, ਤੁਹਾਡੀ ਹਿੰਮਤ ਹੈ। ਹੁਣ ਸਪੋਜ਼ ਕਰ ਲਓ ਮੇਰੇ ਕੋਲੇ ਇੰਨਾ ਪੈਸਾ ਕਿ ਮੈਂ ਸਾਰੇ ਪੰਜਾਬ ਦੇ ਪਿਆਜ਼ ਖਰੀਦ ਲਏ, ਸਾਰੇ ਪੰਜਾਬ ਦਾ ਲਸਣ ਖਰੀਦ ਲਿਆ, ਮੈਂ 5-5 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦ ਲਿਆ। ਸਰਕਾਰੀ ਮੰਡੀਆਂ ਮੰਨ ਲਓ 4 ਰੁਪਏ ਨੂੰ ਸੀ, ਮੈਂ 5 ਰੁਪਏ ਦੇ ਕੇ ਸਾਰਾ ਸਮਾਨ ਆਪਦੇ ਕੋਲੇ ਖਰੀਦ ਲਿਆ। ਹੁਣ ਤੁਹਾਨੂੰ ਲੋੜ ਹੈ ਕਿਸੇ ਦਿਨ, ਤੁਸੀਂ ਪਿਆਜ਼ ਲੈਣਾ, ਤੁਸੀਂ ਮੇਰੇ ਕੋਲ ਆਓਗੇ, ਮੈਂ ਜਿਹੜਾ 5 ਰੁਪਏ ਕਿਲੋ ਖਰੀਦਿਆ ਪਿਆਜ਼ ਸੀ, ਮੈਂ ਤੁਹਾਨੂੰ ਚਾਹੇ 50 ਰੁਪਏ ਦਾ ਵੇਚਾਂ, ਚਾਹੇ 500 ਰੁਪਏ ਦਾ ਵੇਚਾਂ, ਮੇਰੀ ਮਰਜ਼ੀ ਆ। ਮਹਿੰਗਾਈ ਵਧਾਉਣੀ ਆ, ਘਟਾਉਣੀ ਆ, ਸਭ ਕੁਝ ਮੇਰੇ ਹੱਥ 'ਚ ਹੋ ਜਾਊਗਾ। ਠੀਕ ਹੈ, ਤਾਂ ਉਸ ਤਰੀਕੇ ਨਾਲ ਸਮਾਜ ਤੇ ਇਸ ਚੀਜ਼ ਦਾ ਬੋਝ ਪੈਣਾ। ਮੈਂ ਤੁਹਾਨੂੰ ਇੱਕ ਚੀਜ਼ ਦੀ ਗਾਰੰਟੀ ਦੇ ਰਿਹਾ, ਜਿਹੜੇ ਬੰਦੇ ਕਹਿੰਦੇ ਨੇ ਨਾ ਕਿ ਵੀ ਬਾਕੀ ਸਮਾਜ ਦੇ ਇਹਦੇ ਨਾਲ ਕੋਈ ਲੈਣ ਦੇਣ ਨਹੀਂ, ਸਿਰਫ ਕਿਸਾਨੀ ਬਿੱਲਾਂ ਦਾ ਕਿਸਾਨਾਂ ਨਾਲ ਹੀ ਲੈਣ ਦੇਣ ਹੈ, ਤਾਂ ਮੈਂ ਸਾਰਿਆਂ ਨੂੰ ਇਸ ਚੀਜ਼ ਦਾ ਮਤਲਬ ਜਿੱਦਾਂ ਮਰਜ਼ੀ ਇਹਨੂੰ ਸਮਝ ਲਓ ਕਿ ਮਤਲਬ ਇਸ ਚੀਜ਼ ਦੀ ਮੈਂ ਗਾਰੰਟੀ ਦੇ ਰਿਹਾ ਤੁਹਾਨੂੰ ਕਿ ਵੀ ਤੁਹਾਡੇ ਤੋਂ ਨਾ ਆਉਣ ਵਾਲੇ ਸਮੇਂ ਦੇ ਵਿੱਚ, ਜੇ ਤੁਸੀਂ ਹੁਣ ਕਿਸਾਨਾਂ ਦਾ ਸਾਥ ਨਾ ਦਿੱਤਾ, ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਗਾਰੰਟੀ ਹੈ ਇਸ ਚੀਜ਼ ਦੀ ਕਿ ਤੁਹਾਡੇ ਤੋਂ ਘਰ ਦੇ ਵਿੱਚ ਦਾਲ ਸਬਜ਼ੀ ਨੂੰ ਤੜਕਾ ਲਾਉਣ ਲਈ ਲਸਣ ਪਿਆਜ਼ ਵੀ ਖਰੀਦ ਨਹੀਂ ਹੋਣਾ, ਇੰਨਾ ਕੁ ਮਹਿੰਗਾ ਹੋ ਜਾਊਗਾ। ਹੁਣ ਮਹਿੰਗਾ ਹੋਣ ਦਾ ਕਾਰਨ ਇੱਕ ਤਾਂ ਅਸੈਂਸ਼ੀਅਲ ਕਮੋਡਿਟੀ ਐਕਟ, ਮਹਿੰਗਾਈ ਵਧੂਗੀ। ਬਾਕੀ ਸਰਕਾਰ ਇਹ ਵੀ ਕਹਿੰਦੀ ਹੈ ਕਿ ਵੀ ਜਿਹੜੇ ਇਹ ਕਾਨੂੰਨ ਨੇ ਇਹਦੇ ਨਾਲ ਕਿਸਾਨਾਂ ਦੀ ਆਮਦਨੀ ਵਧੂਗੀ, ਕਾਰਪੋਰੇਟਸ ਮਹਿੰਗੇ ਰੇਟ ਤੇ ਖਰੀਦਣਗੇ। ਹੁਣ ਜਿਹੜਾ ਕਾਰਪੋਰੇਟ 1000 ਰੁਪਏ ਦੀ ਚੀਜ਼ 1500 ਰੁਪਏ ਦੇ ਵਿੱਚ ਖਰੀਦ ਰਿਹਾ, ਕਾਰਪੋਰੇਟ ਨੇ ਉਹ ਖਰੀਦ ਕੇ ਕੀ ਕਰਨਾ? ਵੇਚਣਾ ਹੀ ਆ ਨਾ। ਵੇਚਣਾ ਕਿਹਨੂੰ ਆ? ਸਮਾਜ ਨੂੰ। ਸਮਾਜ ਨੂੰ 1500 ਰੁਪਏ ਦੀ ਖਰੀਦੀ ਹੋਈ ਚੀਜ਼ ਕਿੰਨੇ ਦੀ ਵੇਚੂਗਾ? ਦੁੱਗਣੀ ਤਿੱਗਣੀ ਕਰਕੇ ਵੇਚੂਗਾ। ਸਰਕਾਰੀ ਮੰਡੀਆਂ ਦੇ ਥਰੂ ਖਰੀਦੀ ਹੋਈ ਚੀਜ਼ ਜਿਹੜੀ ਤੁਹਾਨੂੰ, ਆਪਾਂ ਇੱਕ ਆਟੇ ਦੀ ਥੈਲੀ ਦੀ ਗੱਲ ਲਾ ਲਈਏ, ਤੁਹਾਨੂੰ ਜਿਹੜੀ ਆਟੇ ਦੀ ਥੈਲੀ ਹੁਣ 300 ਰੁਪਏ ਦੀ ਮਿਲਦੀ ਹੈ, ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ 400-500 ਰੁਪਏ ਦੇ ਵਿੱਚ ਮਿਲੂਗੀ। ਹੁਣ ਜਿਹੜਾ ਬੰਦਾ 1000 ਰੁਪਏ ਦੀ ਚੀਜ਼, ਕਾਰਪੋਰੇਟਸ ਦੀ ਗੱਲ ਕਰਦਾ, ਜਿਹੜਾ ਕਾਰਪੋਰੇਟ 1000 ਰੁਪਏ ਦੀ ਚੀਜ਼ 1500 ਚ ਖਰੀਦ ਰਿਹਾ, ਜਦੋਂ ਸਮਾਜ ਨੂੰ ਵੇਚੂਗਾ, ਆਮ ਸੁਸਾਇਟੀ ਦੇ ਵਿੱਚ ਤੁਹਾਨੂੰ ਲੋਕਾਂ ਨੂੰ ਵੇਚੂਗਾ, ਤੇ ਉਹ 3000-4000 ਦੀ ਕਰਕੇ ਵੇਚੂਗਾ। ਸੁਸਾਇਟੀ ਤੇ ਇੰਪੈਕਟ ਪਿਆ ਕਿ ਨਹੀਂ? ਆਮ ਸਮਾਜ ਦੇ ਉੱਤੇ ਅਸਰ ਪਿਆ ਕਿ ਨਹੀਂ ਇਸ ਚੀਜ਼ ਦਾ? ਤਾਂ ਜਿਹੜੇ ਵੀ ਪਰਸਨਸ ਦਾ, ਜਿਹੜੇ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਆ ਕਿ ਵੀ ਆਮ ਸਮਾਜ ਦਾ ਕੋਈ ਲੈਣ ਦੇਣ ਨਹੀਂ, ਇਹ ਸਿਰਫ ਕਿਸਾਨਾਂ ਦਾ ਰੌਲਾ, ਤਾਂ ਉਹਨਾਂ ਦੇ ਅੱਗੇ ਮੇਰੀ ਬੇਨਤੀ ਆ ਕਿ ਜੇ ਸ਼ਾਇਦ ਮਤਲਬ ਆਪਣੇ ਨਾ ਕੁਦਰਤੀ ਆਪਣੇ ਮੋਢਿਆਂ ਦੇ ਉੱਤੇ ਇੱਕ ਚੀਜ਼ ਲੱਗੀ ਹੁੰਦੀ ਹੈ ਜਿਹਨਾਂ ਨੂੰ ਆਪਾਂ ਸਿਰ ਕਹਿੰਦੇ ਆ, ਸਿਰ ਦੇ ਵਿੱਚ ਇੱਕ ਬਹੁਤ ਛੋਟਾ ਜਿਹਾ ਇੱਕ ਪੁਰਜਾ ਲਾਇਆ ਹੋਇਆ ਰੱਬ ਨੇ ਜਿਹਨੂੰ ਦਿਮਾਗ ਕਹਿੰਦੇ ਆ, ਉਹ ਦਿਮਾਗ ਨੂੰ ਥੋੜਾ ਜਿਹਾ ਵਰਤੋ, ਕਾਨੂੰਨ ਪੜ੍ਹੋ। ਜੇ ਕਾਨੂੰਨ ਸਮਝ ਆ ਗਏ ਤੇ ਵਧੀਆ ਗੱਲ ਆ, ਨਹੀਂ ਕਿਸੇ ਸਮਝਦਾਰ ਬੰਦੇ ਤੋਂ ਜਰੂਰ ਉਸ ਚੀਜ਼ ਦੀ ਸਲਾਹ ਲਓ ਵੀ ਇਹਨਾਂ ਦਾ ਅਸਰ ਕੀ ਆ। ਇੱਕ ਨਿਊਟਰਲ ਬੰਦੇ ਤੋਂ, ਪ੍ਰੋ BJP ਵਾਲੇ ਬੰਦਿਆਂ ਤੋਂ ਨਹੀਂ, ਇੱਕ ਨਿਊਟਰਲ ਬੰਦਾ ਜਿਹੜਾ ਤੁਹਾਨੂੰ ਸਮਝਾ ਸਕਦਾ ਕਿ ਇਹਦਾ ਅਸਰ ਕੀ ਹੋਊਗਾ, ਇਹਦੇ ਪ੍ਰੋਜ਼ ਐਂਡ ਕੌਨਸ ਕੀ ਨੇ, ਤੁਹਾਨੂੰ ਸਮਝਾ ਸਕੇ। ਮੇਰੀ ਸਾਰਿਆਂ ਦੇ ਅੱਗੇ ਇਹੀ ਬੇਨਤੀ ਹੈ ਜੀ ਕਿ ਤੁਸੀਂ ਕਿਸਾਨਾਂ ਦਾ ਜਰੂਰ ਸਾਥ ਦਿਓ, ਕਿਉਂਕਿ ਇਹਦਾ ਆਉਣ ਵਾਲੇ ਟਾਈਮ ਦੇ ਵਿੱਚ ਮਹਿੰਗਾਈ ਬਹੁਤ ਜ਼ਿਆਦਾ ਵਧੂਗੀ। ਇੱਕ ਤਾਂ ਮਹਿੰਗਾਈ, ਤੁਹਾਡੇ ਤੇ ਅਸਰ ਪੈਣਾ ਹੀ ਪੈਣਾ, ਹਰ ਕਿਸੇ ਤੇ ਅਸਰ ਪੈਣਾ ਇਹਨਾਂ ਕਾਨੂੰਨਾਂ ਦਾ। ਹੁਣ
ਹੋਰ ਦੂਜਾ ਕਾਰਨ ਕੀ ਹੈ ਸਮਾਜ ਦੇ ਉੱਤੇ, ਸਮਾਜ ਦਾ ਕਿਉਂ ਉੱਥੇ ਜਾਣਾ ਜ਼ਰੂਰੀ ਆ ਸਾਰਿਆਂ ਦਾ? ਦੂਜਾ ਕਾਰਨ ਇਹ ਆ ਜਾਂਦਾ ਵੀ ਜਿੰਨੇ ਵੀ ਬੀਜੇਪੀ ਨੇ, ਗਵਰਨਮੈਂਟ ਨੇ ਪਿਛਲੇ 4-5 ਸਾਲਾਂ ਦੇ ਵਿੱਚ ਜਿੰਨੇ ਵੀ ਕੰਮ ਕੀਤੇ ਨੇ ਉਹਨਾਂ ਵਿੱਚ ਤਕਰੀਬਨ ਸਾਰੇ ਨਹੀਂ ਤਕਰੀਬਨ ਸਾਰੇ ਅਨਕਨਸਟੀਟਿਊਸ਼ਨਲ ਵੇ ਦੇ ਵਿੱਚ ਇਲੀਗਲੀ ਹੋਏ ਨੇ। 370 ਧਾਰਾ ਹਟਾਈ ਜੰਮੂ ਤੋਂ, ਉਹ ਸਹੀ ਹਟਾਈ ਕਿ ਗਲਤ ਹਟਾਈ ਮੈਂ ਉਸ ਚੀਜ਼ 'ਚ ਨਹੀਂ ਜਾਣਾ, ਬਟ ਉਹਦਾ ਹਟਾਉਣ ਦਾ ਤਰੀਕਾ ਗਲਤ ਸੀ। ਜਿਹੜੇ ਕਿਸਾਨੀ ਬਿੱਲ ਕਾਨੂੰਨ ਪਾਸ ਹੋਏ ਨੇ ਉਹ ਵੀ ਗਲਤ ਸੀ। ਕਾਰਨ ਕਿਉਂ? ਕਰੋਨਾ ਦੇ ਟਾਈਮ ਤੇ ਆਰਡੀਨੈਂਸ ਪਾਸ ਹੋਏ ਨੇ। ਹੁਣ ਜਿਹੜੇ ਕਾਨੂੰਨ ਦੀ ਸਮਝ ਰੱਖਦੇ ਨੇ ਉਹਨਾਂ ਨੂੰ ਪਤਾ ਆਰਡੀਨੈਂਸ ਉਦੋਂ ਪਾਸ ਹੁੰਦੇ ਨੇ ਜਦੋਂ ਬਹੁਤ ਜ਼ਿਆਦਾ ਐਮਰਜੈਂਸੀ ਹੋਵੇ, ਬਹੁਤ ਅਰਜੈਂਟ ਨੀਡ ਹੋਵੇ ਕਿਸੇ ਚੀਜ਼ ਦੀ। ਕਰੋਨਾ ਦੇ ਟਾਈਮ ਤੇ ਇਹੋ ਜਿਹੀ ਕਿਹੜੀ ਐਮਰਜੈਂਸੀ ਪੈ ਗਈ ਸੀਗੀ ਕਿ ਤੁਹਾਨੂੰ ਕਿਸਾਨੀ ਬਿੱਲ ਪਾਸ ਕਰਨੇ ਪੈ ਗਏ, ਆਰਡੀਨੈਂਸ ਪਾਸ ਕਰਨੇ ਪੈ ਗਏ? ਆਰਡੀਨੈਂਸ ਪਾਸ ਹੋ ਗਏ, ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਕਰੋਨਾ ਕਾਲ ਦੇ ਵਿੱਚ ਹੀ ਫਟਾਫਟ ਪਾਸ ਕਰਵਾ ਲਏ। ਰਾਜ ਸਭਾ ਦਾ ਜਿਹੜਾ ਇੱਕ ਰਿਕੁਆਇਰਡ ਕੋਰਮ ਹੁੰਦਾ ਕਿ ਇੰਨੇ ਕੁ ਮੈਂਬਰ ਪ੍ਰੈਜ਼ੈਂਟ ਹੋਣੇ ਚਾਹੀਦੇ ਨੇ, ਉਹ ਵੀ ਹੈ ਨਹੀਂ ਸੀ। 2-3 ਕੁ ਮੈਂਬਰ ਉੱਥੇ ਪਾਰਲੀਮੈਂਟ ਬੈਠੇ ਸੀ ਰਾਜ ਸਭਾ ਦੇ ਵਿੱਚ, ਉਹ ਵੀ ਇਹਨਾਂ ਦੇ ਆਪਦੇ ਪੱਖ ਦੇ ਤੇ ਲਾਅ ਪਾਸ ਕਰਵਾ ਲਿਆ। ਇਹ ਵੀ ਇੱਕ ਗਲਤ ਤਰੀਕਾ ਸੀ ਲਾਅ ਪਾਸ ਕਰਾਉਣ ਦਾ। ਕਰੋਨਾ ਦੇ ਟਾਈਮ ਦੇ ਵਿੱਚ ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ ਹੋਣਾ, ਕਾਫੀ ਲੋਕਾਂ ਨੂੰ ਪਤਾ ਵੀ ਹੈ, ਲੇਬਰ ਲਾਜ਼ ਨੇ ਜਿਹੜੇ ਕਾਰੋਬਾਰੀ ਐਂਡ ਕਰਮਚਾਰੀਆਂ ਦੀਆਂ ਕੰਡੀਸ਼ਨਾਂ ਕੀ ਹੁੰਦੀਆਂ ਨੇ, ਕੰਮ ਕਿਵੇਂ ਕਰਵਾਉਣਾ, ਕਿੰਨੇ ਘੰਟੇ ਕੰਮ ਕਰਾਉਣਾ, ਲੇਬਰ ਲਾਅ ਦੇ ਨਾਲ ਡੀਲ ਕਰਦਾ। ਲੇਬਰ ਲਾਜ਼ ਦੇ ਵਿੱਚ ਪਹਿਲਾਂ ਇਹ ਸੀਗਾ ਕਿ ਤੁਸੀਂ 8 ਘੰਟੇ ਕੰਮ ਕਰਾ ਸਕਦੇ ਹੋ। ਕਰੋਨਾ ਕਾਲ ਦੇ ਵਿੱਚ ਕਾਨੂੰਨ ਪਾਸ ਹੋਇਆ ਕਿ ਹੁਣ ਤੁਸੀਂ 12 ਘੰਟੇ ਕੰਮ ਕਰਾਓਗੇ। ਕਿਸੇ ਨੂੰ ਨਹੀਂ ਪਤਾ। ਉਹਦਾ ਕਾਰਨ ਇਹ ਹੈ ਕਿਉਂਕਿ ਇੰਡਸਟਰੀ ਨਹੀਂ ਚੱਲਦੀ। ਇੰਡਸਟਰੀਆਂ ਤਾਂ ਹੁਣ ਵੀ ਆਲਮੋਸਟ ਬੰਦ ਹੀ ਨੇ, ਅੱਧੀਆਂ ਕੰਪਨੀਆਂ ਇੰਡਸਟਰੀਆਂ ਬੰਦ ਹੀ ਪਈਆਂ ਨੇ। ਉਹ ਤਾਂ ਜਦੋਂ ਤੁਹਾਡੀਆਂ ਇੰਡਸਟਰੀਆਂ ਪ੍ਰੋਪਰ ਚੱਲ ਪਈਆਂ, ਕੰਮ ਚੱਲ ਪਏ, ਤੁਹਾਨੂੰ 8 ਦੀ ਬਜਾਏ 12 ਘੰਟੇ ਕੰਮ ਕਰਨਾ ਪੈ ਗਿਆ ਪੁਰਾਣੀ ਤਨਖਾਹ 'ਚ ਹੀ, ਫਿਰ ਤੁਹਾਨੂੰ ਸਮਝ ਆਊਗੀ ਵੀ ਹੋ ਕੀ ਗਿਆ ਸਾਡੇ ਨਾਲ। ਤਾਂ ਸਾਰਿਆਂ ਨੂੰ ਇਸ ਚੀਜ਼ ਤੇ ਬੇਨਤੀ ਹੈ ਕਿ ਕਿਸਾਨਾਂ ਦਾ ਜ਼ਰੂਰ ਸਾਥ ਦਿਓ। ਇਹ ਨਾ ਸੋਚੋ ਕਿ ਤੁਸੀਂ ਕਾਰੋਬਾਰੀ ਹੋ ਜਾਂ ਤੁਸੀਂ ਕਰਮਚਾਰੀ ਹੋ। ਕਰਮਚਾਰੀ ਹੋ ਜੇ ਤੁਸੀਂ ਜਾਂ ਕਾਰੋਬਾਰੀ ਹੋ ਜੇ ਤੁਹਾਡੀ ਅੱਜ ਤਨਖਾਹ ਜਾਂ ਆਮਦਨੀ ਲੱਖ ਰੁਪਇਆ, ਤੁਹਾਡਾ ਅੱਜ ਘਰ ਦਾ ਰਸੋਈ ਦਾ ਖਰਚਾ 10,000 ਰੁਪਏ 'ਚ ਸਰ ਰਿਹਾ। ਜਦੋਂ ਸਮਾਜ ਦੇ ਵਿੱਚ ਮਹਿੰਗਾਈ ਵਧੂਗੀ, ਮੋਨੋਪਲਾਈਜ਼ ਹੋ ਰਿਹਾ ਸਾਰਾ ਬਿਜ਼ਨਸ, ਜਦੋਂ ਮੋਨੋਪਲੀ ਵਧੂਗੀ, ਮਹਿੰਗਾਈ ਵਧੂਗੀ, ਤਾਂ 10,000 ਰੁਪਏ ਵਾਲਾ ਖਰਚਾ ਹੋ ਸਕਦਾ 30-40,000 50,000 ਤੱਕ ਵੀ ਹੋ ਜਾਵੇ ਤੁਹਾਡਾ ਰਸੋਈ ਦਾ ਖਰਚਾ ਸਿਰਫ। ਤਾਂ ਸਾਰੀਆਂ ਚੀਜ਼ਾਂ ਨੂੰ ਸਮਝੋ, ਸਿਰਫ ਇੱਕ ਪੱਖੀ ਹੋ ਕੇ ਨਾ ਚੱਲੋ ਕਿ ਇਹ ਤਾਂ ਸਿਰਫ ਕਿਸਾਨਾਂ ਦਾ ਬਿੱਲ ਹੈ ਤੇ ਸਾਡਾ ਇਹਦੇ ਨਾਲ ਕੀ ਲੈਣ ਦੇਣਾ। ਸਾਰੀ ਸਿਚੁਏਸ਼ਨ ਨੂੰ ਪ੍ਰੋਪਰਲੀ ਸਮਝ ਲਓ। ਜੇ ਨਹੀਂ ਸਮਝ ਆ ਰਹੀ, ਕਿਸੇ ਨਾਲ ਬੈਠ ਕੇ ਡਿਸਕਸ ਕਰ ਲਓ। ਸਾਰੇ ਸਮਾਜ ਤੇ ਇਹਦਾ ਬਹੁਤ ਜ਼ਿਆਦਾ ਅਸਰ ਪੈਣਾ। ਹੁਣ ਬੀਜੇਪੀ ਗਵਰਨਮੈਂਟ ਅਨਕਨਸਟੀਟਿਊਸ਼ਨਲੀ ਸਾਰਾ ਕੁਝ ਕਰ ਰਹੀ ਹੈ। ਨਵਾਂ ਪਾਰਲੀਮੈਂਟ ਬਣ ਰਿਹਾ, 888 ਸੀਟਾਂ ਜਨਰੇਟ ਹੋ ਰਹੀਆਂ, ਇਹਨਾਂ ਦੇ ਵਿੱਚ 888 ਐਮਪੀਜ਼ ਦੇ ਬੈਠਣ ਦਾ ਪ੍ਰਬੰਧ ਹੋ ਰਿਹਾ। 888 ਐਮਪੀ ਹੈ ਹੀ ਨਹੀਂ, 545 ਨੇ। 888 ਸੀਟਾਂ ਦਾ ਪ੍ਰਬੰਧ ਹੋ ਰਿਹਾ। ਇਟ ਮੀਨਸ ਆਉਣ ਵਾਲੇ ਟਾਈਮ ਦੇ ਵਿੱਚ 888 ਸੀਟਾਂ ਜਨਰੇਟ ਹੋਣਗੀਆਂ ਇੰਡੀਆ ਦੇ ਵਿੱਚ ਐਮਪੀਆਂ ਦੀਆਂ। ਫਿਰ ਉਹ ਐਮਪੀਜ਼ ਦਾ ਇਨਕਮ ਟੈਕਸ ਕਿਹਨੇ ਭਰਨਾ? ਉਹਦੀ ਤਨਖਾਹ ਕਿਹਨੇ ਦੇਣੀ ਆ? ਉਹਦਾ ਅਮਲਾ ਫੈਲਾ, ਉਹਦਾ ਖਰਚਾ ਕਿਹਨੇ ਦੇਣਾ? ਆਪਾਂ ਲੋਕਾਂ ਨੇ, ਆਮ ਸਮਾਜ ਨੇ। ਜੇਬ ਤੇ ਤੁਹਾਡੀ ਤੇ ਇੱਕ ਹੋਰ ਅਸਰ, ਉਹਨਾਂ ਦੀਆਂ ਤਨਖਾਹਾਂ ਵੀ ਫਿਰ ਦਿੰਦੇ ਰਹੋ। ਹੁਣ ਨੋ ਡਾਊਟ ਇਸ ਟਾਈਮ ਇਹ ਕਿਸਾਨਾਂ ਦਾ ਜ਼ਿਆਦਾ ਚੱਲ ਰਿਹਾ, ਇਸ ਟਾਈਮ ਕਿਸਾਨਾਂ ਦਾ ਰੌਲਾ। ਤੇ ਬਾਕੀ ਸਮਾਜ ਨੂੰ, ਚਾਹੇ ਤੁਸੀਂ ਕਰਮਚਾਰੀ ਹੋ ਚਾਹੇ ਤੁਸੀਂ ਕਾਰੋਬਾਰੀ ਹੋ, ਤੁਹਾਨੂੰ ਸਾਥ ਦੇਣ ਦੀ ਲੋੜ ਕੀ ਹੈ? ਉਹਦਾ ਕਾਰਨ ਇਹ ਹੈ ਜੇ ਤੁਸੀਂ ਕਿਸਾਨਾਂ ਦਾ ਸਾਥ ਦਿਓਗੇ, ਇੱਕ ਸਰਕਾਰ ਤੇ ਪ੍ਰੈਸ਼ਰ ਵਧੂਗਾ, ਉਹਦੇ ਮਨ 'ਚ ਡਰ ਪੈਦਾ ਹੋਊਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਵੀ ਕੰਮ ਨਾ ਕਰੀਏ, ਨਹੀਂ ਤਾਂ ਐਡੀ ਵੱਡੀ ਮੂਵਮੈਂਟ ਦੁਬਾਰਾ ਫਿਰ ਖੜੀ ਹੋ ਸਕਦੀ ਹੈ। ਜੇ ਹੁਣ ਤੁਸੀਂ ਇਹ ਸੋਚ ਲਿਆ ਕਿ ਸਿਰਫ ਕਿਸਾਨਾਂ ਦਾ ਹੀ ਆ ਤੇ ਸਾਡਾ ਅੰਦੋਲਨ ਨਹੀਂ ਹੈਗਾ, ਤੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਤੁਹਾਡੇ ਤੇ ਕੋਈ ਵਿਪਤਾ ਪਊਗੀ ਤੇ ਤੁਹਾਡੇ ਤੋਂ ਉਹ ਸਾਰੀ ਚੀਜ਼ ਹੈਂਡਲ ਨਹੀਂ ਕਰ ਹੋਣੀ। ਇੰਨਾ ਜ਼ਿਆਦਾ ਇਕੱਠ ਮੈਨੂੰ ਨਹੀਂ ਲੱਗਦਾ ਕਿ ਕੋਈ ਕਾਰੋਬਾਰੀ ਜਾਂ ਕੋਈ ਕਰਮਚਾਰੀ, ਲੇਬਰ ਕਲਾਸ ਜਿੰਨੇ ਵੀ ਨੇ, ਮੈਨੂੰ ਨਹੀਂ ਲੱਗਦਾ ਕਿ ਕਿਸਾਨਾਂ ਜਿੰਨਾ ਕੋਈ ਇਕੱਠ ਕਰ ਸਕਦੇ ਨੇ ਉਹ। ਹੁਣ ਇਹਨਾਂ ਦਾ ਸਾਥ ਦੇ ਕੇ ਤੁਸੀਂ ਸਿਰਫ ਇੱਕ ਸਰਕਾਰ ਦੇ ਮਨ ਦੇ ਵਿੱਚ ਡਰ ਪੈਦਾ ਕਰਨਾ, ਥੋੜੀ ਉਹਨਾਂ ਨੂੰ ਅਕਲ ਦੇਣੀ ਆ ਕਿ ਜੋ ਵੀ ਕਰਨਾ ਲੀਗਲੀ ਕਰ ਲਓ। ਡਿਸਕਸ਼ਨ ਕਰੋ, ਡਿਸਕਸ਼ਨ ਕਰਕੇ ਲੀਗਲੀ ਕਰ ਲਓ, ਠੀਕ ਹੈ। ਤੇ ਹੁਣ ਇਹ ਮੇਰੀਆਂ ਸਾਰੀਆਂ ਗੱਲਾਂ ਸੀਗੀਆਂ ਜੀ। ਜਿਨ੍ਹਾਂ ਨੂੰ ਠੀਕ ਲੱਗਿਆ ਤੇ ਸ਼ੇਅਰ ਕਰ ਲਿਓ ਕਿ ਇਹਨਾਂ ਦੇ ਲਾਅ ਦੇ ਕਾਨੂੰਨਾਂ ਦਾ ਕੀ ਅਸਰ ਹੋਣਾ ਸਮਾਜ ਤੇ, ਸ਼ੇਅਰ ਕਰ ਲਿਓ। ਜੇ ਠੀਕ ਲੱਗੀ ਤੇ ਵਧੀਆ ਗੱਲ ਹੈ, ਸ਼ੇਅਰ ਜ਼ਰੂਰ ਕਰੋ। ਜੇ ਠੀਕ ਨਹੀਂ ਲੱਗੀ ਤੇ ਇੱਕ ਸੱਭਿਅਕ ਭਾਸ਼ਾ ਦੇ ਵਿੱਚ ਮੈਨੂੰ ਆਪਣੇ ਵਿਚਾਰ ਜ਼ਰੂਰ ਦੇ ਦਿਓ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਥੋੜਾ ਜਿਹਾ ਹੋਰ ਸੁਧਾਰ ਕਰਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ। ਤੁਸੀਂ ਕਮੈਂਟ ਕਰ ਸਕਦੇ ਹੋ, ਫੋਨ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਸਾਰਾ ਕੁਝ ਵੈਲਕਮਡ ਹੈ। ਸਭ ਨੂੰ ਜੀ ਆਇਆਂ ਨੂੰ। ਗਲਤੀ ਭੁੱਲ ਚੁੱਕ ਮਾਫ। ਸਤਿ ਸ਼੍ਰੀ ਅਕਾਲ ਜੀ।